कल कुट मार के 6 तरीक नूं कढ़ दित्ती गई जी। मेरे घर नूं अंदरों लॉक कर दिता गया। मेरा सारा समान जो घर दा सी सारा चक लिया गया। सानूं घर दे अंदर एंट्री नहीं करन दे रहे। सानूं कुट्टिया बहुत ज़्यादा जी, उन्होंने सोटियां ना। पंचायत सानूं माड़ा मोटा जो भी हैल्प है जी पंचायत कर रही है इस टाइम, ते असीं तां गुरू घर बैठे हां जी अज। 2 तरीक नूं मेरे घर ते हमला होया। मेरे घर विच 15-16 जनानियां जी अंदर आईयां। उन्होंने बहुत गाली गलोच किया जी। उन्होंने मैनूं कहा कि तू घर छड्ड दे, तेरा घर ते कोई हक नहीं हैगा कि तू जिन्ने मूँह मंगी कीमत लैनी है जी लै ला। मैं इस घर 'च रहना वा, मैं ब्याह के आई हाँ, मैं निकल के नहीं आई है। ਜਦੋਂ मैं अपने घर चाहिए मेरे हसबैंड ने मेरे घर पर हमला करता, भन्न तोड़ की। मैं पुलिस कंप्लेंट की, पुलिस आई, कोई पुछ पड़ताल कुछ नहीं किया, बस देख के मौका चली गई। जो भी मैं घर के अंदर एंट्री करने की कोशिश करती हूँ, मेरा सहुरा कहता तेरे बाप ने कोठी पा के दी है जिस तू बड़ी बैठी है। PTSD सब से धक्के खा के अज बैठी हाँ हार के, किसी पास कोई मदद नहीं सानू है। ਅਸੀਂ दर ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ ਪਏ ਆ, ਭੀਖ ਮੰਗਣ ਲਈ ਮਜਬੂਰ ਹੋ ਗਏ। ਮੇਰੀ ਬੇਟੀ ਦੀ ਸਟੱਡੀ ਇੰਨੀ 6 ਤਰੀਕ ਨੂੰ ਇੰਨੀ ਦਹਿਸ਼ਤ ਵਿੱਚ ਆ ਗਈ ਨਾ, ਇਹ ਆਪਣੇ ਪਾਪਾ ਤੋਂ ਜਦੋਂ ਇੱਦਾਂ ਕੁੱਟ ਕਟਾਪਾ ਕਰ ਰਹੀ ਸੀ ਭੱਜੀ ਆਉਂਦੀ, ਜਦੋਂ ਕੋਈ ਇਹਦੇ ਕੋਟਿਆਂ ਦੇ ਕੀ ਹਾਲ ਹੋਇਆ ਪਿਆ। ਬੇਟੀ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਮਾਰ ਦੇਣਾ ਚਾਹੀਦਾ, ਇਹ ਰੂਲ ਹੋਣਾ ਚਾਹੀਦਾ, ਕਿਉਂਕਿ ਧੀਆਂ ਦੇ ਕਿਤੇ ਨਾ ਸੁਣਵਾਈ ਆ ना कोई इन्हों सुख मिलता। ये अगे भी जाके दुखी, पिछे भी दुखी, इन्हों कोई इन्हों की पुछ गिछ नहीं धरती ते। मैं तो इस चीज़ में सहमत हाँ जी, धीआं नूं मार देना चाहिए। अगर मेरी प्रशासन वालों कोई मदद ना की मैं सुसाइड करूँगी। बिल्कुल कहते ने ਧੀਆਂ ਨੂੰ ਕੁੱਖਾਂ ਦੇ ਵਿੱਚ ਕਿਉਂ ਮਾਰਿਆ ਜਾਂਦਾ, ਜਦੋਂ ਮਾਪੇ ਤੜਫ ਜਾਂਦੇ ਨੇ ਫਿਰ ਉਦੋਂ ਆਤਮਾ ਵੀ ਬੜੀ ਤੜਫਦੀ ਆ। ਪਰ ਇੱਕ ਅਜਿਹੀ ਘਟਨਾ ਦਿਖਾਵਾਂਗੇ ਜੋ ਕਿ 7 ਤੋਂ 8 ਸਾਲ ਪਹਿਲਾਂ ਲੁਧਿਆਣਾ ਤੋਂ ਨਾਭਾ ਬਲਾਕ ਦੇ ਪਿੰਡ ਜਨੌਦਾ ਖੁਰਦ ਦੇ ਵਿੱਚ ਲੜਕੀ ਨੂੰ ਵਿਆਹਿਆ ਗਿਆ ਤੇ ਉਸਦੇ ਕੋਲ ਇੱਕ ਲੜਕੀ ਵੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ। ਉਹ ਵੀ 6 ਤੋਂ 7 ਸਾਲ ਦੀ ਬੱਚੀ ਆ ਜੋ ਆਪਦੇ ਲਵੇ ਲਈ ਬੈਠੀ ਆ। ਪਰ ਸਹੁਰੇ ਪਰਿਵਾਰ ਵੱਲੋਂ ਉਹਨੂੰ ਘਰੋਂ ਬਾਹਰ ਕਰ ਦਿੱਤਾ। ਪਰ ਨਾ ਪੁਲਿਸ ਪ੍ਰਸ਼ਾਸਨ ਵੱਲੋਂ ਸੁਣਵਾਈ ਕੀਤੀ ਜਾ ਰਹੀ ਹੈ, ਨਾ ਕਿਸੇ ਹੋਰ ਵੱਲੋਂ ਸੁਣਵਾਈ ਕੀਤੀ ਜਾ ਰਹੀ ਹੈ। ਦਰ ਦੀਆਂ ਠੋਕਰਾਂ ਖਾ ਕੇ ਮਜਬੂਰ ਹੋ ਕੇ ਇੱਕ ਗੁਰੂ ਘਰ ਦਾ ਓਟ ਆਸਰਾ ਲਿਆ, ਇੱਕ ਰੋਂਦੀ ਨਹੀਂ ਚੱਲੀ ਜਾ ਰਹੀ। ਇੱਕ ਬੱਚੀ ਦੇ ਤੁਸੀਂ ਜਿਹੜੇ ਗੋਡੇ ਨੇ ਉਹ ਦੇਖ ਸਕਦੇ ਹੋ ਕਿਸ ਤਰ੍ਹਾਂ ਉਹਦੇ ਸੱਟਾਂ ਲੱਗੀਆਂ ਹੁਣ ਜਦੋਂ ਇਸ ਦੀ ਮਾਂ ਦੀ ਕਟਾਈ ਕੀਤੀ ਜਾ ਰਹੀ ਸੀ। ਕੁਝ ਔਰਤਾਂ ਵੱਲੋਂ ਤਾਂ ਭੱਜ ਕੇ ਇਸਨੇ ਵੀ ਆਪਣੀ ਜਾਨ ਬਚਾਈ। ਬੜਾ ਰੋ ਕੇ ਜਿਹੜੇ ਬਿਆਨ ਨੇ ਉਹ ਸਾਨੂੰ ਕੀਤੇ ਨੇ, ਬੜਾ ਦਰਦ ਆਇਆ। ਪਰ ਇਹਨਾਂ ਦਾ ਇਹ ਵੀ ਕਹਿਣਾ ਵੀ ਧੀਆਂ ਨੂੰ ਕੁੱਖਾਂ ਵਿੱਚ ਹੀ ਮਾਰਿਆ ਜਾਵੇ, ਪਰ ਜੋ ਹਾਲਤ ਮੇਰੇ ਨਾਲ ਵਾਪਰ ਰਹੀ ਹੈ ਕਿਸੇ ਨਾਲ ਨਾ ਵਾਪਰੇ। ਪਰ ਦੂਸਰੇ ਪਾਸੇ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਮੌਤਵਰ ਵਿਅਕਤੀਆਂ ਵੱਲੋਂ ਇਸ ਦਾ ਸਾਥ ਆ ਜਿਹੜਾ ਉਹ ਦਿੱਤਾ ਜਾ ਰਿਹਾ, ਜੋ ਕਿ ਰੋਟੀ ਪਾਣੀ ਆ ਗੁਰੂ ਘਰ ਦੇ ਗ੍ਰੰਥੀ ਵੱਲੋਂ ਇਸ ਨੂੰ ਦਿੱਤੀ ਜਾ ਰਹੀ ਹੈ। ਪਰ ਬੜੀ ਮੁਸੀਬਤ ਦੇ ਵਿੱਚ ਆ, ਕਾਫੀ ਮੰਗ ਆ ਜਿਹੜਾ ਸਹੁਰਾ ਪਰਿਵਾਰ ਕਰ ਰਿਹਾ, ਜੋ ਇਸਨੇ ਇਲਜ਼ਾਮ ਲਗਾਏ ਨੇ ਆਪਣੇ ਸਹੁਰਾ ਪਰਿਵਾਰ 'ਤੇ। ਪਰ ਪਿੰਡ ਦੇ ਸਰਪੰਚ ਦਾ ਵੀ ਇਹੀ ਕਹਿਣਾ, ਜੇਕਰ ਅਸੀਂ ਇਸ ਦੀ ਮਦਦ ਵੀ ਕਰਦੇ ਹਾਂ, ਦੂਸਰੇ ਪਾਸੇ ਪੰਚਾਇਤ ਆ ਜਿਹੜੇ ਪਿੰਡ ਦੇ ਮੌਤਬਰ ਬੰਦੇ ਵੀ ਖੜੇ ਨੇ, ਜੇ ਅਸੀਂ ਇਸ ਲੜਕੀ ਦੀ ਮਦਦ ਕਰਦੇ ਹਾਂ ਤਾਂ ਇਸ ਦਾ ਸਹੁਰਾ ਪਰਿਵਾਰ ਆ ਜਿਹੜਾ ਉਹ ਸਾਨੂੰ ਵੀ ਗਾਲੀ ਗਲੋਚ ਆ ਜਿਹੜਾ ਕਰਦਾ ਕਾਫੀ ਨਜ਼ਰ ਆਉਂਦਾ। ਪਰ ਪਿੰਡ ਦੇ ਹੁਣ ਜਿਹੜੇ ਵਿਅਕਤੀ ਖੜੇ ਨੇ ਉਹ ਇਸ ਦੀ ਮਦਦ ਦੇ ਲਈ ਖੜੇ ਨੇ। मेरा नाम सरबजीत कौर है जी। ਸਰਬਜੀਤ ਜੀ, ਤੁਸੀਂ ਅੱਜ ਗੁਰੂ ਘਰ ਦੇ ਵਿੱਚ ਬੈਠੇ ਹੋ, ਆਪਣੀ ਬੇਟੀ ਦੇ ਨਾਲ ਕਿਉਂ ਬੈਠੇ ਹੋ, ਕੀ ਕਾਰਨ? हाँ जी, मैं सहुरिਆਂ ਵੱਲੋਂ जी कल कुट मार के 6 तरीक ਨੂੰ ਕੱਢ ਦਿੱਤੀ ਗਈ ਜੀ। ਮੇਰੇ ਘਰ ਨੂੰ ਅੰਦਰੋਂ ਲੌਕ ਕਰ ਦਿੱਤਾ ਗਿਆ। ਮੇਰਾ ਸਾਰਾ ਸਮਾਨ ਜੋ ਘਰ ਦਾ ਸੀ ਸਾਰਾ ਚੱਕ ਲਿਆ ਗਿਆ। ਸਾਨੂੰ ਘਰ ਦੇ ਅੰਦਰ ਐਂਟਰੀ ਨਹੀਂ ਕਰਨ ਦੇ ਰਹੇ। ਸਾਨੂੰ ਕੁੱਟਿਆ ਬਹੁਤ ਜ਼ਿਆਦਾ ਜੀ, ਉਹਨਾਂ ਨੇ ਸੋਟੀਆਂ ਨਾਲ ਕੁੱਟ ਕੇ ਜੀ ਕੱਢ ਦਿੱਤਾ ਗਿਆ। ਉਹਨਾਂ ਨੇ ਸਾਡੀ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ ਜੀ। पंचायत सानू माड़ा मोटा जो भी हैल्प है जी पंचायत कर रही है इस टाइम, तो असी तां गुरू घर बैठे हाँ जी आके। कोई पुलिस कंप्लेंट दी है? हाँ जी, बहुत पुलिस कंप्लेंटा दित्तियां जी। मैं 2 तरीक नूं मेरे घर ते हमला होया। मेरे घर विच 15-16 जनानियां जी
ਅੰਦਰ ਆਈਆਂ, ਉਹਨਾਂ ਨੇ ਬਹੁਤ ਗਾਲੀ ਗਲੋਚ ਕੀਤਾ ਜੀ। ਡੀਲ ਕਰਨੀ ਚਾਹੀ, ਖਰੀਦਣਾ ਚਾਹਿਆ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਘਰ ਛੱਡ ਦੇ, ਤੇਰਾ ਘਰ 'ਤੇ ਕੋਈ ਹੱਕ ਨਹੀਂ ਹੈਗਾ, ਕਿ ਤੂੰ ਜਿੰਨੇ ਮੂੰਹ ਮੰਗੀ ਕੀਮਤ ਲੈਣੀ ਆ ਜੀ ਲੈ ਲਾ। ਮੈਂ ਉਹਨਾਂ ਨੂੰ ਇਹ ਕਿਹਾ ਕਿ ਮੈਂ ਮੈਰਿਜ ਕਰਕੇ ਆਈ ਹਾਂ, 300 ਬੰਦਾ ਸੀ ਜਦੋਂ ਮੇਰੀ ਮੈਰਿਜ ਹੋਈ ਆ। ਅੱਜ ਮੈਂ ਇਸ ਘਰ 'ਤੇ ਪੂਰੀ ਹੱਕਦਾਰ ਹਾਂ, ਮੈਂ ਇਸ ਘਰ 'ਚ ਰਹਿਣਾ ਵਾ, ਮੈਂ ਵਿਆਹ ਕੇ ਆਈ ਹਾਂ, ਮੈਂ ਨਿਕਲ ਕੇ ਨਹੀਂ ਆਈ ਹੈਗੀ। ਮੈਂ ਉਹਨਾਂ ਨੂੰ ਇਹ ਕਿਹਾ। ਉਹ ਮੌਕੇ ਤੋਂ ਜੀ ਮੈਨੂੰ ਸਰਪੰਚ ਦੇ ਘਰੇ ਲੈ ਗਈਆਂ, ਸਰਪੰਚ ਨੂੰ ਗਾਲੀ ਗਲੋਚ ਕੀਤਾ, ਰੋਡ ਤੱਕ ਗਾਲਾਂ ਕੱਢਦੀਆਂ ਹੀ ਗਈਆਂ ਉਹ। ਜਦੋਂ ਮੈਂ ਆਪਣੇ ਘਰ 'ਚ ਆਈ ਤਾਂ ਮੇਰੇ ਹਸਬੈਂਡ ਨੇ ਮੇਰੇ ਘਰ 'ਤੇ ਹਮਲਾ ਕਰਤਾ, ਭੰਨ ਤੋੜ ਕੀਤੀ। ਮੈਂ ਪੁਲਿਸ ਕੰਪਲੇਂਟ ਕੀਤੀ, ਪੁਲਿਸ ਆਈ, ਕੋਈ ਪੁੱਛ ਪੜਤਾਲ ਕੁਛ ਨਹੀਂ ਕੀਤਾ, ਬਸ ਦੇਖ ਕੇ ਮੌਕਾ ਚਲੀ ਗਈ ਜੀ। ਪੁਲਿਸ ਨੇ ਕੋਈ ਮਦਦ ਨਹੀਂ ਉਸ ਟਾਈਮ ਵੀ ਮੇਰੀ ਕੀਤੀ। ਮੈਂ ਲਗਾਤਾਰ ਫੋਨ 'ਤੇ ਫੋਨ ਕਰ ਰਹੀ ਹਾਂ, 5 ਤਰੀਕ ਨੂੰ ਕੀਤਾ, ਫਿਰ 6 ਨੂੰ ਮੈਂ ਖੁਦ ਘਰ 'ਚੋਂ ਜਦੋਂ ਮੈਂ ਕੋਰਟ ਗਈ ਤਾਂ ਆਉਂਦਿਆਂ ਨੂੰ ਮੇਰੇ ਘਰ 'ਤੇ ਫੇਰ ਹਮਲਾ ਕਰਤਾ ਜੀ ਉਹਨਾਂ ਨੇ। ਮੈਂ ਰਸਤੇ ਵਿੱਚ ਹੀ ਸੀ ਨਾਭੇ, ਮੈਂ ਕੋਰਟ ਤੋਂ ਵਾਪਸ ਆ ਰਹੀ ਸੀ ਤਾਂ ਜਦੋਂ ਮੈਨੂੰ ਰਸਤੇ 'ਚ ਫੋਨ ਗਿਆ ਜੀ, ਕਹਿੰਦੇ ਤੇਰੇ ਸਹੁਰਾ ਪਰਿਵਾਰ ਤੁਹਾਡੇ ਘਰ ਦਾ ਤਾਲਾ ਤੋੜ ਰਹੇ ਨੇ। ਤਾਂ ਜਦੋਂ ਮੈਂ ਘਰ ਆਈ ਤਾਂ ਦੇਖਿਆ ਤਾਲਾ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਸਹੁਰੇ ਪਰਿਵਾਰ ਤੋਂ ਤਾਲਾ ਜਦੋਂ ਨਹੀਂ ਟੁੱਟਿਆ, ਮੈਂ ਚਾਬੀ ਲਗਾਈ, ਮੇਰੇ ਤਾਲੇ ਨੂੰ ਉਹਨਾਂ ਨੇ ਇੱਟਾਂ ਨਾਲ ਇਸ ਤਰੀਕੇ ਨਾਲ ਖਰਾਬ ਕਰਤਾ ਕਿ ਚਾਬੀ ਨਹੀਂ ਲੱਗ ਪਾ ਰਹੀ ਸੀ। ਤੰਗ ਪਰੇਸ਼ਾਨ ਜੀ ਉਹਨਾਂ ਦੀ ਮੇਰੀ ਮੈਰਿਜ ਜਦੋਂ ਹੋਈ ਸੀ, ਮੇਰੀ ਮੈਰਿਜ ਤੋਂ ਬਾਅਦ ਬਸ ਉਹਨਾਂ ਦੀ ਇਹ ਡਿਮਾਂਡ ਸੀ ਕਿ ਜਿਹੜਾ ਘਰ ਮੈਨੂੰ ਹੁਣ ਸੈਪਰੇਟ ਦਿੱਤਾ ਗਿਆ, ਇਹਦੇ ਲਈ ਮੈਂ 15-20 ਲੱਖ ਰੁਪਈਆ ਲੈ ਕੇ ਆਵਾਂ ਉਹਨਾਂ ਨੂੰ, ਇੱਕ ਉਹਨਾਂ ਨੂੰ ਮੈਂ ਗੱਡੀ ਦੇ ਦਾਂ ਮੇਰੇ ਹਸਬੈਂਡ ਨੂੰ। ਬਸ ਉਹਨਾਂ ਦੀ ਵਜ੍ਹਾ ਨਾਲ ਉਹਨਾਂ ਨੇ ਮੈਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ। ਜਦੋਂ ਵੀ ਮੈਂ ਘਰ ਦੇ ਅੰਦਰ ਐਂਟਰੀ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਮੇਰਾ ਸਹੁਰਾ ਕਹਿੰਦਾ ਤੇਰੇ ਬਾਪ ਨੇ ਕੋਠੀ ਪਾ ਕੇ ਦਿੱਤੀ ਹੈ ਜਿਹਦੇ ਵਿੱਚ ਤੂੰ ਬੜੀ ਬੈਠੀ ਆ। ਫਿਰ ਮੇਰੀ ਬੇਟੀ ਹੋਈ, ਜਦੋਂ 1 ਸਾਲ ਬਾਅਦ ਮੇਰੀ ਬੇਟੀ ਹੋਈ, ਹੁਣ ਇਹ 7 ਸਾਲ ਦੀ ਹੈ ਜੀ। ਅਤੇ ਜਦੋਂ ਮੇਰੀ ਬੇਟੀ ਹੋਈ ਫਿਰ ਉਹਨਾਂ ਨੇ ਮੈਨੂੰ ਬੇਟੇ ਦੇ ਚੱਕਰ 'ਚ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ। ਇਹ ਲਗਾਤਾਰ ਚੱਲਦਾ ਆ ਰਿਹਾ, 2013 ਤੋਂ ਮੈਰਿਜ ਤੋਂ ਬਾਅਦ ਲਗਾਤਾਰ ਚੱਲਦਾ ਆ ਰਿਹਾ। 4-5 ਵਾਰੀ ਵੂਮਨ ਸੈੱਲ 'ਚ ਹੋਇਆ ਜੀ ਸਾਡਾ। ਫਿਰ ਉਹਨਾਂ ਨੇ ਫੋਨ 'ਤੇ ਗਾਲਾਂ ਦੇਣੀਆਂ, ਮੈਸੇਜ ਰਾਹੀਂ ਮੇਰੇ ਹਸਬੈਂਡ ਨੇ ਸ਼ੁਰੂ ਕਰਤੀਆਂ। ਕਦੇ ਕਿਸੇ ਮੁੰਡਿਆਂ ਤੋਂ ਫੋਨ ਕਰਵਾ ਕੇ ਗਾਲਾਂ ਦੇਣੀਆਂ ਸ਼ੁਰੂ ਕਰਤੀਆਂ, ਜੋ ਕਿ ਉਹਨਾਂ ਦੀਆਂ ਵੀ ਰਿਪੋਰਟਾਂ ਦਰਜ ਹੈਗੀਆਂ ਮੇਰੇ ਕੋਲ ਆਲਰੇਡੀ। ਕਦੀ ਕਿਸੇ ਤੋਂ ਗਾਲੀ ਗਲੋਚ, ਕਦੇ ਕਿਸੇ ਤੋਂ। ਹੁਣ ਤਾਂ ਸਾਨੂੰ ਕੁੱਟ ਕੇ ਜੀ ਘਰੇ ਬਾਹਰ ਕੱਢਤਾ। ਪਹਿਲਾਂ ਇਹ 3 ਫਰਵਰੀ ਨੂੰ ਹੋਇਆ, ਉਦਣ ਮੈਂ ਗੁਰਦੁਆਰੇ 'ਚ ਰਾਤ ਕੱਟੀ, ਪੰਚਾਇਤ ਆਈ, ਪੁਲਿਸ ਆਈ, ਉਦਣ ਵੀ ਮੈਨੂੰ ਐਂਟਰੀ ਮਿਲੀ। ਫਿਰ ਉਸ ਤੋਂ ਬਾਅਦ ਹੁਣ ਅੱਜ ਫੇਰ ਕੱਢਤਾ ਕੁੱਟ ਮਾਰ ਕੇ ਜੀ ਉਹਨਾਂ ਨੇ। ਫਿਰ ਤੁਸੀਂ ਇਸ ਤੋਂ ਬਾਅਦ ਤੁਹਾਡਾ ਕੀ ਗੁਜ਼ਾਰਾ ਹੁਣ ਜਿਸ ਤਰ੍ਹਾਂ ਤੁਸੀਂ ਗੁਰੂ ਘਰ ਰਹੇ ਹੋ? ਮੈਂ ਜਦੋਂ ਹੁਣ ਘਰ ਦੇ ਅੰਦਰ ਸੀ, ਮੈਂ ਖੁਦ ਸਟਿਚਿੰਗ ਕਰਦੀ ਸੀ ਜੀ। ਮੇਰੀ ਸਟਿਚਿੰਗ ਵੀ ਰੋਕ ਦਿੱਤੀ ਗਈ, ਮੇਰੇ ਘਰ 'ਚ ਕੋਈ ਸਟਿਚਿੰਗ ਲਈ ਨਹੀਂ ਆ ਰਿਹਾ। ਮੈਂ ਸਟਿਚਿੰਗ ਟੀਚਰ ਸੀ, ਮੈਂ ਕੋਈ ਮੇਰੀ ਹੁਣ ਇਸ ਟਾਈਮ ਹੈਲਪ ਨਹੀਂ ਹੋ ਰਹੀ। ਮੈਨੂੰ ਬਸ ਪੰਚਾਇਤ ਕੰਨਿਓ ਜੋ ਹੈਲਪ ਪੰਚਾਇਤ ਤੋਂ ਮਿਲ ਰਹੀ ਆ, ਕੋਈ ਪ੍ਰਸ਼ਾਸਨ ਮੇਰੀ ਮਦਦ ਨਹੀਂ ਕਰ ਰਿਹਾ। ਮੈਂ ਅਫਸਰਾਂ ਦੇ ਧੱਕੇ ਖਾ ਕੇ, SP DSP ਸਭ ਦੇ ਧੱਕੇ ਖਾ ਕੇ ਅੱਜ ਬੈਠੀ ਹਾਂ ਹਾਰ ਕੇ। ਕਿਸੇ ਪਾਸਿਓਂ ਕੋਈ ਮਦਦ ਨਹੀਂ ਸਾਨੂੰ ਹੈਗੀ। ਅਸੀਂ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ ਪਏ ਆ, ਭੀਖ ਮੰਗਣ ਲਈ ਮਜਬੂਰ ਹੋ ਗਏ। ਮੇਰੀ ਬੇਟੀ ਦੀ ਸਟੱਡੀ ਇੰਨੀ 6 ਤਰੀਕ ਨੂੰ ਇੰਨੀ ਦਹਿਸ਼ਤ ਵਿੱਚ ਆ ਗਈ ਨਾ, ਇਹ ਆਪਣੇ ਪਾਪਾ ਤੋਂ ਜਦੋਂ ਇੱਦਾਂ ਕੁੱਟ ਕਟਾਪਾ ਕਰ ਰਹੇ ਸੀ, ਭੱਜੀ ਆਉਂਦੀ ਤੇ ਦੇਖੋ ਇਹਦੇ ਗੋਡਿਆਂ ਦਾ ਕੀ ਹਾਲ ਹੋਇਆ ਪਿਆ। ਮੈਂ ਇੰਨੀ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਕਿ ਤੁਸੀਂ ਆਪਣੀ ਬੇਟੀ ਕੰਨੀ ਹੀ ਦੇਖੋ, ਮੇਰੇ ਕੰਨੀ ਨਾ ਦੇਖੋ, ਆਪਣੀ ਬੇਟੀ ਕੰਨੀ ਦੇਖੋ। ਤੋਂ ਕਿੰਨਾ ਡਰ ਰਹੀ ਹੈ, ਜੋ ਬਿਮਾਰ ਸੀ ਆਲਰੇਡੀ, ਉਹਨਾਂ 'ਤੇ ਵੀ ਤਰਸ ਨਹੀਂ ਆਇਆ। ਬਿਲਕੁਲ, ਤਾਂ ਹੀ ਕਹਿੰਦੇ ਨੇ ਕਿ ਧੀਆਂ ਨੂੰ ਕੁੱਖਾਂ ਦੇ ਵਿੱਚ ਮਾਰਿਆ ਜਾਂਦਾ, ਮਾਂ-ਬਾਪ ਤਾਂ ਹੀ ਧੀਆਂ ਦੁਖੀ ਹੋ ਜਾਂਦੇ ਜਦੋਂ। ਮੈਂ ਸਰ ਬਿਲਕੁਲ ਇਹ ਗੱਲ ਨਾਲ ਸਹਿਮਤ ਹਾਂ ਕਿ ਬੇਟੀ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਮਾਰ ਦੇਣਾ ਚਾਹੀਦਾ। ਇਹ ਰੂਲ ਹੋਣਾ ਚਾਹੀਦਾ, ਕਿਉਂਕਿ ਧੀਆਂ ਦੀ ਕਿਤੇ ਨਾ ਸੁਣਵਾਈ ਆ, ਨਾ ਕੋਈ ਇਹਨਾਂ ਨੂੰ ਸੁੱਖ ਮਿਲਦਾ। ਇਹ ਅੱਗੇ ਵੀ ਜਾ ਕੇ ਦੁਖੀ, ਪਿੱਛੇ ਵੀ ਦੁਖੀ। ਇਹਨਾਂ ਨੂੰ ਕੋਈ ਇਹਨਾਂ ਦੀ ਪੁੱਛ ਗਿੱਛ ਨਹੀਂ ਧਰਤੀ 'ਤੇ। ਇੱਥੇ ਹਰ ਤਰ੍ਹਾਂ ਨਾਲ ਨੋਚਿਆ ਜਾਂਦਾ ਇਹਨਾਂ ਨੂੰ। ਸਰਕਾਰਾਂ ਕਹੀ ਜਾਂਦੀਆਂ ਨੇ ਵੀ ਔਰਤਾਂ ਨੂੰ ਬਹੁਤ ਵੱਡਾ ਪਦ ਦਿੱਤਾ। ਕੋਈ ਪਦਵ ਨਹੀਂ ਜੀ, ਅਸੀਂ ਤਾਂ ਜੀ ਥਾਂ 'ਤੇ ਧੱਕੇ ਖਾ ਕੇ ਹਾਰ ਕੇ ਬੈਠ ਗਏ ਗੁਰਦੁਆਰੇ ਆ ਕੇ। ਸਾਨੂੰ ਤਾਂ ਕਿਸੇ ਪਾਸੇ ਕੁਛ ਮਦਦ ਨਹੀਂ ਮਿਲੀ ਹੈਗੀ। ਮੈਂ ਤਾਂ ਇਸ ਚੀਜ਼ ਨਾਲ ਸਹਿਮਤ ਹਾਂ ਜੀ, ਧੀਆਂ ਨੂੰ ਮਾਰ ਦੇਣਾ ਚਾਹੀਦਾ। ਅਗਰ ਮੇਰੀ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਾ ਕੀਤੀ ਗਈ, ਮੈਂ ਸੁਸਾਈਡ ਕਰੂੰਗੀ ਜੀ ਉੱਥੇ। ਮੇਰੇ ਕੋਲ ਬਸ ਇੱਕ ਆਪਸ਼ਨ ਇਹੀ ਰਹਿ ਗਿਆ। ਮੈਂ ਹਾਰ ਚੁੱਕੀ ਹਾਂ ਸਰ, ਮੈਂ ਹਾਰ ਗਈ। ਦਾ 7-8 ਸਾਲ ਪਹਿਲਾਂ ਵਿਆਹ ਸਾਡੇ ਪਿੰਡ ਦੇ ਗੁਰਜੰਟ ਸਿੰਘ ਨਾਲ ਹੋਇਆ ਸੀ। ਪਹਿਲਾਂ ਵੀ ਕਾਫੀ ਵਾਰ ਇਹਦੇ ਸਹੁਰੇ ਪਰਿਵਾਰ ਨੇ ਇਹਨੂੰ ਕੁੱਟਿਆ ਮਾਰਿਆ। ਚਲੋ ਪੰਚਾਇਤ ਵਿੱਚ ਮੋਹਤਵਾਰ ਬੰਦੇ ਪੈ ਕੇ ਇਹਨਾਂ ਦਾ ਸਮਝੌਤਾ ਕਰਾਉਂਦੇ ਰਹੇ। ਉਸ ਤੋਂ ਬਾਅਦ ਜੀ ਇਹ ਆਪਦੇ ਪੇਕੇ ਪਰਿਵਾਰ ਚਲੀ ਗਈ, ਇਹ ਆਪਦੇ ਹਸਬੈਂਡ ਨਾਲ ਗੱਲ ਹੋਣ ਲੱਗ ਗਈ। ਫਰਵਰੀ ਮਹੀਨੇ ਦੇ ਵਿੱਚ ਆਪਦੇ ਘਰ ਵਾਪਸ ਆ ਗਈ। ਇਹਦੇ ਘਰ ਵਾਲੇ ਨੇ ਕਿਤੇ ਕਿਹਾ ਇਹਨੂੰ ਕਿ ਤੂੰ ਆਪਦੇ ਪੇਕੇ ਪਰਿਵਾਰ ਨੂੰ ਛੱਡ ਕੇ ਆ ਜਾ। ਇਹ ਸ਼ਾਮ ਨੂੰ 8 ਕੁ ਵਜੇ ਆ ਗਈ। ਜਦੋਂ ਇਹ ਪਿੰਡ ਆਈ ਤਾਂ
ਇਹਦੇ ਸਹੁਰੇ ਪਰਿਵਾਰ ਨੇ ਜੀ ਅੰਦਰੋਂ ਦਰਵਾਜ਼ੇ ਬੰਦ ਕਰ ਲਏ, ਇਹਨੂੰ ਵੜਨ ਨਹੀਂ ਦਿੱਤਾ ਜੀ। ਆਪ ਹੀ ਉਹਨਾਂ ਨੇ ਪੁਲਿਸ 181 ਨੰਬਰ 'ਤੇ ਫੋਨ ਕਰਕੇ ਪੁਲਿਸ ਬੁਲਾ ਲਈ ਸੀ। ਮੌਕੇ 'ਤੇ ਸਾਨੂੰ ਪੰਚਾਇਤ ਨੂੰ ਉੱਥੇ ਬੁਲਾਇਆ ਗਿਆ। ਅਸੀਂ ਵੀ ਉਹਨਾਂ ਨੂੰ ਕਾਫੀ ਸਮਝਾਇਆ ਕਿ ਤੁਹਾਡੀ ਨੂੰਹ ਆ, ਛੋਟੀ ਜਿਹੀ ਬੱਚੀ ਆ ਨਾਲ, ਕਿ ਤੁਸੀਂ ਜੇ ਬੱਚੀ ਦਾ ਤਰਸ ਖਾ ਲਓ। ਉਹਨਾਂ ਨੇ ਦਰਵਾਜ਼ਾ ਨਾ ਖੋਲ੍ਹਿਆ ਜੀ। 9-10 ਵਜੇ ਤੱਕ ਅਸੀਂ ਬਹੁਤ ਉਹਨੂੰ ਸਮਝਾਉਂਦੇ ਰਹੇ। ਪੁਲਿਸ ਵੀ ਉੱਥੋਂ ਚਲੀ ਗਈ। ਫਿਰ ਅਸੀਂ ਉਹਨੂੰ ਰਾਤ ਨੂੰ ਜੀ 11-12 ਵਜੇ ਇਹਨਾਂ ਨੂੰ ਗੁਰੂ ਘਰ ਪਾ ਕੇ ਗਏ ਜੀ। ਸਵੇਰੇ ਅਸੀਂ ਉਸ ਟਾਈਮ ਇਹਨਾਂ ਦਾ ਦਰਵਾਜ਼ਾ ਖੁਲਾ ਕੇ ਇਹਨਾਂ ਨੂੰ ਅੰਦਰ ਇੱਕ ਵਾਰੀ ਵਾੜਤਾ ਸੀ। ਹੁਣ ਜੀ ਇਹ 6 ਤਰੀਕ ਨੂੰ ਆਪਦੇ ਕਿਸੇ ਮਸਲੇ ਸੰਬੰਧੀ ਵਕੀਲ ਸਾਹਿਬ ਨੂੰ ਮਿਲਣ ਗਏ ਸੀ ਨਾਭੇ। ਮਗਰੋਂ ਇਹਦੇ ਸਹੁਰੇ ਪਰਿਵਾਰ ਨੇ ਜੀ ਆ ਕੇ ਜਿੰਦਾ ਇਹਦਾ ਬਾਹਰਲੇ ਪਾਸੋਂ ਕੁੱਟਤਾ ਜੀ। ਅੰਦਰ ਦੀ ਐਂਟਰੀ ਕਰਕੇ ਦਰਵਾਜ਼ਾ ਵੜ ਕੇ ਜੀ ਅੰਦਰ ਇਹਦੇ ਕਮਰੇ 'ਚ ਵੜ ਗਏ। ਜਦੋਂ ਇਹ ਆਈ ਵਿਚਾਰੀ, ਇਹਨਾਂ ਨੂੰ ਕਿਹਾ ਕਿ ਤੁਸੀਂ ਮਤਲਬ ਇਹ ਕੀ ਕਰਿਆ ਹੈ ਕਿ ਮੈਂ ਜੇ ਕੋਈ ਗੱਲ ਕਰਨੀ ਮੇਰੇ ਨਾਲ ਬੈਠ ਕੇ ਕਰੋ, ਕਿ ਇਹ ਤਾਂ ਕੋਈ ਉਹ ਨਹੀਂ ਹੈਗਾ ਕਿ ਤੁਸੀਂ ਮੈਨੂੰ ਮਤਲਬ ਇੱਥੋਂ ਬਾਹਰ ਕੱਢ ਦਿਓ। ਮੈਂ ਕੋਈ ਡੰਗਰ ਪਸ਼ੂ ਤਾਂ ਹੈ ਨਹੀਂ ਕਿ ਮੈਂ ਕਿਤੇ ਜਾ ਕੇ ਧੱਕੇ ਖਾਊਂਗੀ। ਉਹਨਾਂ ਨੇ ਜੀ ਇਹਦੇ ਨਾਲ ਕੁੱਟਮਾਰ ਕਰਨੀ ਸਟਾਰਟ ਕਰਤੀ ਜੀ। ਇਹਦੀ ਛੋਟੀ ਜਿਹੀ ਬੱਚੀ 6-7 ਸਾਲ ਦੀ ਘਰ ਸਾਡੇ ਰੋਂਦੀ ਆ ਜੀ ਕਿ ਮੇਰੀ ਮੰਮਾ ਨੂੰ ਮਾਰ ਦੇਣਗੇ, ਉਹਨੂੰ ਬਚਾਓ ਜੀ। ਜੇ ਅਸੀਂ ਮੌਕੇ 'ਤੇ ਜਾਂਦੇ ਹਾਂ ਜੀ, ਸਾਡੇ 'ਤੇ ਗਲਤ ਐਲੀਗੇਸ਼ਨ ਲਾਉਂਦੇ ਨੇ ਕਿ ਸਾਨੂੰ ਮਤਲਬ ਸਾਡੇ ਰਿਲੇਸ਼ਨ ਗਲਤ ਕਵੀ ਦੱਸਦੇ ਨੇ। ਸਾਡੀ ਤਾਂ ਭੈਣ ਆ ਜੀ, ਸਾਡੀ ਵੀ ਧੀ ਆ, ਸਾਡੇ ਵੀ ਉਹਦੇ ਭੈਣ ਵੀ ਆ ਘਰ ਸਾਡੇ। ਅਤੇ ਉਸ ਤੋਂ ਬਾਅਦ ਜੀ ਅਸੀਂ ਇਹਨੂੰ ਚਲੋ ਇਹਦੇ ਕਾਫੀ ਸੱਟਾਂ ਸੀ, ਰਜਿੰਦਰਾ ਹਸਪਤਾਲ ਦਾਖਲ ਵੀ ਕਰਾਇਆ ਇਹਨੂੰ। ਇਹਦੀ ਕੋਈ ਸੁਣਵਾਈ ਨਹੀਂ ਹੋ ਰਹੀ। MLR ਵੀ ਉੱਥੋਂ ਕੱਟੀ ਜੀ। SHO ਸਾਹਿਬ ਨੇ ਸਾਨੂੰ ਕੱਲ੍ਹ ਵੀ ਬੁਲਾਇਆ ਸੀ। ਅਸੀਂ ਉਹਨਾਂ ਨੂੰ ਕੱਲ੍ਹ ਵੀ ਕਿਹਾ ਕਿ ਹੁਣ ਇਹਨੂੰ ਰਾਤ ਨੂੰ ਅਸੀਂ ਕਿੱਥੇ ਰੱਖੀਏ। ਅੱਜ 3-4 ਦਿਨ ਹੋ ਗਏ ਜੀ ਗੁਰੂ ਘਰ ਆਪਦੀ ਬੱਚੀ ਨੂੰ ਲੈ ਕੇ ਪੈਂਦੀ ਹੈ ਜੀ। ਇਹ ਮਤਲਬ ਕਿ ਇਨਸਾਨੀ ਨਾਤੇ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਕਰਦੇ ਹਾਂ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ। ਇਹ ਵਿਚਾਰੀ ਦਰ ਦੀਆਂ ਟੱਕਰਾਂ ਠੋਕਰਾਂ ਖਾ ਕੇ ਮੰਗ ਕਰਦੇ ਹਾਂ ਜੀ। ਮਤਲਬ ਜਦੋਂ ਇਹ ਆਪਦੇ ਸੈਪਰੇਟ ਮਕਾਨ 'ਚ ਰਹਿ ਰਹੀ ਹੈ ਤਾਂ ਇਹਨੂੰ ਰਹਿਣਾ ਚਾਹੀਦਾ। ਕੋਰਟ ਵੱਲੋਂ ਜੋ ਫੈਸਲਾ ਆਊਗਾ ਹੋਊਗਾ। ਪ੍ਰਸ਼ਾਸਨ ਇਹਦੇ ਨਾਲ ਕੁੱਟਮਾਰ ਜਿਹੜੀ ਹੋਈ ਆ, ਜਿਹੜਿਆਂ ਨੇ ਕੁੱਟਮਾਰ ਕਰੀ ਆ, ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ। ਕੋਈ ਕਾਰਵਾਈ ਨਹੀਂ ਹੋ ਰਹੀ। ਇਹ ਤਾਂ ਜੀ ਸਹੁਰਿਆਂ ਦੀ ਕਾਰ ਨਹੀਂ, ਉਹ ਗਲਤ ਉਹਨਾਂ ਦੀ ਬੈਠੀ ਆ। ਇਹ ਵਿਚਾਰੀ ਸਹੀ ਹੈ, 8 ਸਾਲ ਨੂੰ ਬਸਦੀ ਨਹੀਂ ਹੋ ਗਏ। ਇਹ ਤਾਂ ਤੰਗ ਬੰਦੇ ਵਿਚਾਰੀ ਨੂੰ ਕੋਈ ਦੇਖਿਆ ਨਹੀਂ। ਉਹ ਮਾੜਾ ਕਰ ਰਹੇ ਨੇ, ਧੱਕਾ ਕਰ ਰਹੇ ਨੇ। ਜੇ ਪੰਚਾਇਤ ਜੇ ਕੋਈ ਮਦਦ ਕਰਦੀ ਹੈ ਤਾਂ ਪੰਚਾਇਤ ਨੂੰ ਸਰਪੰਚ ਉਹ ਗਾਲਾਂ ਕੱਢਦੇ ਨੇ। ਹਾਂਜੀ ਗਾਲਾਂ ਕੱਢਦੇ ਨੇ ਜੀ। ਕੋਈ ਸੁਣਵਾਈ ਨਹੀਂ। ਅਸੀਂ ਜਾਂਦੇ ਪਿੰਡ ਸਾਨੂੰ ਵੀ ਕੱਢਦੇ ਨੇ। ਨਹੀਂ ਸੁਣਵਾਈ ਨਹੀਂ ਹੋ ਰਹੀ। ਕੋਈ ਸੁਣਵਾਈ ਨਹੀਂ ਹੋ ਰਹੀ। ਕੋਈ ਸੁਣਵਾਈ ਨਹੀਂ ਹੋ ਰਹੀ। ਕੀ ਮੰਗ ਕਰਦੇ? ਮੰਗੇ ਕਰਦੀ ਆਪਦੇ ਘਰ ਬਸੇ ਜੀ। ਵਿਆਹ ਕੇ ਲਿਆਂਦੀ ਹੈ, ਆਪਦੇ ਘਰ ਬਸੇ। ਨਿੱਕੀ ਜਿਹੀ ਬੱਚੀ, ਉਹ ਤਰਸ ਨਹੀਂ ਖਾਂਦੀ ਬੱਚੀ ਦਾ। ਸਾਨੂੰ ਬਹੁਤ ਬੜਾ ਦੁੱਖ ਆ ਪਿੰਡ ਵਾਲਿਆਂ ਨੂੰ ਵੀ ਸਾਡੀ ਧੀ ਨਾਲ ਇੰਨਾ ਧੱਕਾ ਹੋ ਰਿਹਾ। ਜਿਹੜੀ ਵਿਚਾਰੀ ਬੈਠੀ, ਆਪਾਂ ਵੀ ਧੀਆਂ ਭੈਣ ਨਾਲ ਕਿਸੇ ਨਾਲ ਵੀ ਹੋ ਸਕਦੀ ਹੈ। ਕੋਈ ਮਾਮਲਾ ਸਰਬਜੀਤ ਕੌਰ ਆ ਜਿਹੜੀ ਜੀ, ਆਪਦਾ ਸਹੁਰੇ ਪਰਿਵਾਰ ਰਹਿ ਰਹੀ ਸੀ। ਇਹਦਾ ਸਹੁਰਾ ਪਰਿਵਾਰ ਇਹਨੂੰ ਬਹੁਤ ਤੰਗ ਪਰੇਸ਼ਾਨ ਕਰ ਰਿਹਾ, ਕੁੱਟਮਾਰ ਕਰ ਰਿਹਾ, ਅਤੇ ਪੁਲਿਸ ਪ੍ਰਸ਼ਾਸਨ ਇਹਦੀ ਕੋਈ ਮਦਦ ਨਹੀਂ ਕਰ ਰਿਹਾ। ਜੇਕਰ ਕੋਈ ਇਹਦਾ ਪਿੰਡ ਤੋਂ ਜਾਂ ਪੰਚਾਇਤ ਵੱਲੋਂ ਕੋਈ ਮਦਦ ਕਰਨ ਲਈ ਚਾਹੁੰਦਾ ਹੈ ਤਾਂ ਉਹਦੇ 'ਤੇ ਝੂਠਾ ਇਲਜ਼ਾਮ ਲਾਉਂਦੇ ਨੇ ਅਤੇ ਉਹਦੀ ਮਦਦ ਕਰ ਨਹੀਂ ਦਿੰਦੇ। ਕੀ ਮੰਗ ਕਰਦੇ? ਮੰਗ ਇਹਨੂੰ ਪੂਰਾ ਇਨਸਾਫ ਦਿਵਾਇਆ ਜਾਵੇ ਜੀ। ਇਸ ਤਰ੍ਹਾਂ ਇਹ ਲੜਕੀ ਹੈ, ਤੁਸੀਂ ਇਹਨੂੰ ਰੋਟੀ ਪਾਣੀ ਤੁਸੀਂ ਦੇ ਰਹੇ ਹੋ? ਹਾਂ ਜੀ ਹਾਂ, ਲੰਗਰ ਪਾਣੀ ਇਹਨਾਂ ਨੂੰ ਮਿਲ ਰਿਹਾ ਜੀ। ਗੁਰੂ ਘਰ 'ਚ ਰਹਿ ਰਹੇ ਨੇ 2-3 ਦਿਨ ਤੋਂ। ਹੁਣ ਦੁਬਾਰਾ ਫਿਰ ਅੰਦਰ ਰੌਲਾ ਪਿਆ ਜੀ। ਇਹ ਪਹਿਲਾਂ ਫਰਵਰੀ ਦੇ ਮਹੀਨੇ 'ਚ ਆਪਣੇ ਪੇਕਿਆਂ ਤੋਂ 1.5 ਸਾਲ ਉੱਥੇ ਲਾ ਕੇ ਆਏ ਸੀ। ਇਹਨਾਂ ਨੂੰ ਘਰ ਨਹੀਂ ਸੀ ਵੜਨ ਦਿੱਤਾ। ਮੁੜ ਕੇ ਫਿਰ ਇਹ ਗੁਰੂ ਘਰ ਹੀ ਆ ਕੇ ਰਹੇ ਨੇ ਜੀ। ਮੁੜ ਕੇ ਚਲੋ ਪੰਚਾਇਤ ਨੇ ਇਹਨਾਂ ਨੂੰ ਧੱਕਾ ਕਰਕੇ ਚੱਲ ਨਾਲ ਬਈ ਤੁਸੀਂ ਭਾਈ ਆਪਣੇ ਘਰ ਹੀ ਰਹੋ। ਇਹਨਾਂ ਨੂੰ ਘਰ ਬਾਤਾ। ਮੁੜ ਕੇ ਉਹਨਾਂ ਨੇ ਫਿਰ ਇਹਨਾਂ ਦੇ ਜਿੰਦੇ ਤੋੜ ਕੇ ਕਹਿੰਦੇ ਨੇ ਵੀ ਸਮਾਨ ਇਹਨਾਂ ਦਾ ਚੱਕ ਲੈ ਗਏ ਨੇ ਜੀ। ਹੁਣ ਜ਼ਿਆਦਾ ਇਹਨਾਂ ਦਾ ਫਿਰ ਰੌਲਾ ਚੱਲਿਆ ਜੀ। 2-3 ਦਿਨ ਤੋਂ ਫਿਰ ਇੱਥੇ ਹੀ ਰਹਿ ਰਹੇ ਨੇ। ਕੋਈ ਵੀ ਸੁਣਵਾਈ ਹੈ ਜਿਹੜੀ ਨਹੀਂ ਕੀਤੀ ਗਈ। ਅੱਜ ਵੀ ਇਸ ਵਿਚਾਰੀ ਲੜਕੀ ਨੇ ਜਿਹੜੀ ਚੇਤਾਵਨੀ ਦਿੱਤੀ ਆ, ਜੇਕਰ ਮੇਰੀ ਕੋਈ ਸੁਣਵਾਈ ਨਾ ਹੋਈ ਤਾਂ ਮੈਂ ਇਸ ਪਿੰਡ ਦੇ ਵਿੱਚ ਆਤਮ ਹੱਤਿਆ ਕਰਾਂਗੀ ਅਤੇ ਨਾਲ ਬੱਚੀ ਨੂੰ ਵੀ ਨਾਲ ਲੈ ਕੇ ਮਰਾਂਗੀ। ਪਰ ਮੇਰੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ, ਪਰ ਰੋਂਦੀ ਨਹੀਂ ਚੱਲੀ ਜਾ ਰਹੀ। ਪਰ ਹੁਣ ਵੇਖਣਾ ਇਹ ਹੋਵੇਗਾ ਕਿ ਪੰਚਾਇਤ ਆ, ਜਿਹੜੀ ਮੌਜੂਦਾ ਪੰਚਾਇਤ ਆ ਜਾਂ ਪਿੰਡ ਦੇ ਵਿਅਕਤੀ ਨੇ ਇਸ ਦਾ ਸਾਥ ਦੇ ਰਹੇ ਨੇ ਲਗਾਤਾਰ। ਭਾਵੇਂ ਕਿ 8 ਸਾਲ ਇਸ ਦੀ ਮੈਰਿਜ ਨੂੰ ਹੋ ਗਏ, 8 ਸਾਲ ਤੋਂ ਕੁਝ ਸਾਲ ਬਾਅਦ ਹੀ ਇਸ ਨੂੰ ਤੰਗ ਪਰੇਸ਼ਾਨ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਸੀ। ਅੱਜ ਧੀ ਦਾ ਦਰਦ ਦੇਖ ਕੇ ਬਿਲਕੁਲ ਮਨ ਆ ਜਿਹੜਾ ਉਹ ਭਾਵੁਕ ਹੋ ਰਿਹਾ। ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਭਾਵੇਂ ਕਿ ਜਿੱਡੀ ਮਰਜ਼ੀ ਔਰਤ ਦੀ ਪਦਵੀ ਦਿੱਤੀ ਗਈ ਆ, ਔਰਤ ਨੂੰ ਜਿੱਡਾ ਮਰਜ਼ੀ ਦਰਜਾ ਜਿਹੜਾ ਦਿੱਤਾ ਗਿਆ, ਪਰ ਉਹ ਅੱਜ ਇਸ ਪਿੰਡ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਹੜਾ ਸਰਕਾਰਾਂ ਦੇ ਦਾਅਵੇ ਨੇ ਉਹ ਖੋਖਲੇ ਨਜ਼ਰ ਆ ਰਹੇ ਨੇ। ਭਾਵੇਂ ਕਿ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਸਮੇਂ ਦੀਆਂ ਸਰਕਾਰਾਂ ਵੱਲੋਂ ਔਰਤਾਂ ਨੂੰ, ਚਾਹੇ ਭਾਵੇਂ ਕਿ ਰਾਖਵਾ 50% ਆ ਜਿਹੜੀਆਂ ਚੋਣਾਂ ਵੀ ਲੜਾਈਆਂ ਗਈਆਂ ਨੇ, ਪਰ ਅੱਜ ਜਿਹੜੇ ਹਾਲਾਤ ਨੇ ਇਸ ਔਰਤ ਦੇ ਪਿੰਡ ਗੁਰਦੁਆਰਾ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ, ਜਿਸ ਦੇ ਧੀ ਵੀ ਕੋਲ ਬੈਠੀ ਆ, ਪਰ ਸਿਰ ਦਾ ਸਾਈਆਂ ਜਿਹੜਾ ਉਹੀ ਧੱਕਾ ਕਰ ਰਿਹਾ, ਸਹੁਰਾ ਪਰਿਵਾਰ ਧੱਕਾ ਕਰ ਰਿਹਾ
ਕੀ ਇਸ ਤੇ ਬੀਤਦੀ ਹੋਊਗੀ। ਪਰ ਇਸ ਦੇ ਪੇਕਿਆਂ ਵੱਲੋਂ ਵੀ ਇਸ ਦੀ ਕਾਫੀ ਜਿਹੜੀ ਪਹਿਲਾਂ ਮਦਦ ਕੀਤੀ ਗਈ ਆ, ਪੇਕਿਆਂ ਵੱਲੋਂ ਵੀ ਇਸ ਦੇ ਪਤੀ ਵੱਲੋਂ ਉਹਨਾਂ ਤੋਂ ਤੋੜਿਆ ਗਿਆ, ਤੋੜਨ ਦੇ ਬਾਵਜੂਦ ਵੀ ਫਿਰ ਵੀ ਇਹਨੂੰ ਕੁੱਟਿਆ ਮਾਰਿਆ ਗਿਆ। ਇਹਦੀ ਕਿਤੇ ਵੀ ਕੋਈ ਪ੍ਰਸ਼ਾਸਨ ਵੱਲੋਂ ਸੁਣਵਾਈ ਆ ਜਿਹੜੀ ਉਹ ਨਹੀਂ ਕੀਤੀ ਜਾ ਰਹੀ। ਨਾਭਾ ਤੋਂ ਹਰਮੀਤ ਸਿੰਘ ਮਾਨ।